ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਮੇਰੀ ਵਰੇ ਫੇਰੀ। ਇਸ ਵਿੱਚ ਆਪ ਜੀ ਨੇ ਬੁੱਧੀ ਤੇ ਪਰਮਾਰਥ ਦਾ ਇੱਕ ਬੈਲੈਂਸ ਸਾਨੂੰ ਸਮਝਾਇਆ ਹੈ। ਜੇ ਬੁੱਧੀ ਤੋਂ ਅਸੀਂ ਪਿਛੜ ਜਾਵਾਂਗੇ, ਸਰੀਰਕ ਤੌਰ 'ਤੇ ਅਸੀਂ ਸੁਖੀ ਨਹੀਂ ਹੋ ਸਕਦੇ, ਕਿਉਂਕਿ ਜਿੰਨੀ ਤੇਜ਼ੀ ਨਾਲ ਸਾਇੰਸ ਤੇ ਅਕਲ ਦਾ ਵਾਧਾ ਹੋ ਰਿਹਾ ਹੈ, ਸਾਨੂੰ ਵੀ ਨਾਲ ਨਾਲ ਚੱਲਣਾ ਪੈਣਾ ਹੈ। ਪਰ ਬੁੱਧੀ ਮੰਡਲ ਵਿੱਚ ਦਾਖਲ ਹੋ ਕੇ ਆਪਣੇ ਪਰਮਾਰਥ ਨੂੰ ਵੀ ਨਾਲ ਨਾਲ ਯਾਦ ਰੱਖਣਾ ਹੈ। ਉਸ ਤੋਂ ਬਿਨਾਂ ਵੀ ਬੁੱਧੀ ਕਿਸੇ ਕੰਮ ਦੀ ਨਹੀਂ। ਸੋ ਇਹਨਾਂ ਦੋਨਾਂ ਦਾ ਇੱਕ ਬੈਲੈਂਸ ਬਣਾਇਆ ਹੈ ਇਸ ਲਿਖਤ ਵਿੱਚ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੇਰੀ ਵਰੇ ਫੇਰੀ। ਅੱਜ ਕੱਲ੍ਹ ਬੁੱਧੀ ਯੁੱਗ ਵਰਤ ਰਿਹਾ ਹੈ। ਕੁੱਲ ਜਗਤ ਵਿੱਚ ਬੁੱਧੀ ਦਾ ਵਾਧਾ ਹੋ ਰਿਹਾ ਹੈ। ਜਿਹੜੇ ਲੋਕ ਆਪਣੇ ਆਪ ਵਿੱਚ ਬੁੱਧੀ ਦਾ ਅਧਿਕ ਵਾਧਾ ਤੇ ਸੋਹਣਾ ਪ੍ਰਕਾਸ਼ ਕਰਦੇ ਹਨ, ਉਹ ਹੀ ਇਸ ਸਮੇਂ ਵਿੱਚ ਬਲਵਾਨ, ਯਸ਼ਵਾਨ, ਧਨਵਾਨ, ਕਲਾਵਾਨ ਹੁੰਦੇ ਹਨ। ਅੱਜ ਕੱਲ੍ਹ ਰਿਆਇਤ ਕਿਸੇ ਨਾਲ ਨਹੀਂ ਆਉਂਦੀ। ਉਹ ਹੀ ਅਟਾਰੀ ਚੜ੍ਹਦਾ ਹੈ ਜਿਸ ਦੀ ਬੁੱਧੀ ਪਹਿਲੇ ਮੁਨਾਰੀ ਚੜ੍ਹ ਚੁੱਕਦੀ ਹੈ। ਮਨ ਦਾ ਪਹਿਲੇ ਪ੍ਰਸ਼ਨ ਰੂਪ ਹੋਣਾ ਔਰ ਫਿਰ ਨਾਨਾ ਰੂਪਾਂਤਰ ਹੋ ਕੇ ਉੱਤਰ ਰੂਪ ਹੋ ਜਾਣਾ, ਇਹ ਬੁੱਧੀ ਬਲ ਦੇ ਵਾਧੇ ਦਾ ਸਾਧਾਰਨ ਨਿਯਮ ਹੈ। ਇਹ ਕੀ ਚੀਜ਼ ਹੈ? ਇਹ ਕਿਉਂ ਇਉਂ ਹੋਇਆ? ਕੀ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ? ਇਹ ਤ੍ਰੈ ਪ੍ਰਸ਼ਨ ਮੂਲ ਮੰਤਰ ਬੁੱਧੀ ਦੇ ਵਾਧੇ ਦੇ ਹਨ। ਪਰ ਵਿਚਾਰਾ ਨਿੱਕੀ ਜਿਹੀ ਖੋਪਰੀ ਵਾਲਾ ਤਾਂ ਮਨੁੱਖ ਤੇ ਚੀਜ਼ਾਂ ਅਣਗਿਣਤ, ਕੁਦਰਤ ਦੇ ਰੰਗ ਤਮਾਸ਼ੇ ਅਣਗਿਣਤ, ਅਣਗਿਣਤ ਸੂਰਤਾਂ, ਅਣਗਿਣਤ ਕਰਤੂਤਾਂ ਇਹਨਾਂ ਦੇ ਸਾਹਮਣੇ। ਪਹਿਲੇ ਯੁੱਗਾਂ ਵਿੱਚ ਤਾਂ ਮਨੁੱਖ ਦਾ ਮਨ ਬਿਟਰ ਬਿਟਰ ਤੱਕਦਾ ਹੀ ਰਿਹਾ। ਅਸਚਰਜ ਵਿੱਚ ਹੀ ਸਮਾਧੀਆਂ ਲੱਗ ਜਾਂਦੀਆਂ ਰਹੀਆਂ। ਇਹ ਮਨ ਇੰਨਾ ਉੱਚਾ ਤਾਰਿਆਂ ਜੜਿਆ ਆਕਾਸ਼ ਤੱਕ ਕੇ ਮੂਰਛਤ ਆਉਂਦਾ ਰਿਹਾ। ਗੋਡਿਆਂ ਭਾਰ ਨਿੱਠ ਨਿੱਠ ਜਾਂਦਾ ਰਿਹਾ। ਪ੍ਰਕਿਰਤੀ ਦੇ ਦੀਦਾਰੇ ਹੀ ਮਨੁੱਖ ਦੇ ਮਨ ਨੂੰ ਕੰਬਾਂਦੇ ਰਹੇ। ਮੂੰਹ ਵਿੱਚ ਘਾਹ ਲੈ ਲੈ ਪੱਥਰਾਂ, ਦਰਿਆਵਾਂ, ਸਮੁੰਦਰਾਂ, ਸੂਰਜਾਂ, ਤਾਰਿਆਂ, ਸੰਨ ਸਵੇਰਿਆਂ ਦੇ ਹੀ ਗੀਤ ਬਣਾਈ ਗਿਆ। ਇਹ ਮਨ ਦੀ ਕਰੀਬ ਕਰੀਬ ਉਹ ਹਾਲਤ ਸੀ ਜੋ ਨਵੇਂ ਮਾਲਕ ਦੀ ਹੁੰਦੀ ਹੈ। ਫਿਰ ਤੱਕਦਾ ਹੈ, ਕਦੀ ਹੱਸਦਾ ਹੈ, ਕਦੀ ਰੋਂਦਾ ਹੈ। ਹੌਲੀ ਹੌਲੀ ਆਪ ਹੋਰੀ ਜਦੋਂ ਵੱਡੇ ਹੋਏ ਤਾਂ ਪ੍ਰਸ਼ਨ ਰੂਪ ਬੁੱਧੀ ਉੱਤੋਂ ਰੂਪ ਦੇਣ ਲੱਗੀ। ਪ੍ਰਸ਼ਨ ਰੂਪ ਤਾਂ ਬੁੱਢੇ ਕਾਲਾਂ ਥੀ ਸੀ, ਪਰ ਉੱਤੋਂ ਰੂਪ ਅਸਚਰਜ ਨੇ ਨਾ ਹੋਣ ਦਿੱਤੀ। ਤੇ ਫਿਰ ਜਦ ਉੱਤੋਂ ਰੂਪ ਹੋਈ ਪੀ ਤਾਂ ਉੱਤੋਂ ਰੂਪ ਕੁਛ ਊਟ ਪਟਾਂਗ ਹੀ ਬਣਦੇ ਰਹੇ। ਕੋਈ 300 ਸਾਲ ਦੀ ਉੱਤੋਂ ਰੂਪ ਸੋਹਣੇ ਸੋਹਣੇ ਸਾਂਗ ਪਰਤਣ ਲੱਗੇ। ਮੈਂ ਬਾਜ਼ੇ ਵੇਲੇ ਵਿਚਾਰ ਕਰਦਾ ਹਾਂ ਕਿ ਇਹਨਾਂ 300 ਸਾਲਾਂ ਵਿੱਚ ਕੋਈ ਅਜਿਹੀ ਕਰਾਮਾਤ ਆਣ ਵਸੀ ਕਿ ਸਾਇੰਸ ਯਾਨੀ ਪਦਾਰਥ ਵਿਦਿਆ ਦੀ ਇਤਨੀ ਉન્નਤੀ ਝਟਪਟੀ ਹੋ ਗਈ। ਭਾਵੇਂ ਤੁਸੀਂ ਮੈਨੂੰ ਪਾਗਲ ਕਹਿ ਦਿਓ, ਮੈਂ ਆਪਣੇ ਦਿਲ ਦੇ ਅੰਦਰ ਚੋਰੀ ਇਹ ਖਿਆਲ ਰੱਖਦਾ ਹਾਂ ਕਿ ਇਹ ਸਤਿਗੁਰੂ ਨਾਨਕ ਜੀ ਦੇ 10 ਅਵਤਾਰਾਂ ਦੇ ਮਾਤ ਲੋਕ ਵਿੱਚ ਚਰਨ ਪਾਉਣ ਦੀ ਬਰਕਤ ਹੈ। ਬੁੱਧੀ ਕੈਸੀ ਭਲੀ ਪ੍ਰਕਾਰ ਉੱਤੋਂ ਰੂਪ ਹੋਈ ਤੇ ਬੜੇ ਹੀ ਮਨਮੋਹਣੇ ਸਵਾਂਗ ਇਸ ਦੇ ਸੰਸਾਰ ਦੀ ਗਲੀ ਗਲੀ ਫੇਰਾ ਪਾ ਗਏ। ਜ਼ਮੀਨ ਗੋਲ ਹੈ। ਸੂਰਜ ਕਿਸ ਤਰ੍ਹਾਂ ਧੁੰਦ ਮੰਡਲਾਂ ਵਿੱਚੋਂ ਗੋਲ ਸਜ ਧੱਜ ਕੇ ਫਟ ਨਿਕਲ ਆਇਆ ਤੇ ਸੂਰਜ ਵਿੱਚੋਂ ਫਿਰ ਪਟਾਕੇ ਚੱਲੇ ਤੇ ਪਹਿਲ ਨੈਪਚੂਨ, ਫਿਰ ਯੂਰੇਨਸ, ਫਿਰ ਸੈਟਰਨ ਸਨੀਚਰ, ਫਿਰ ਜੁਪੀਟਰ ਯਾਨੀ ਬ੍ਰਹਸਪਤੀ, ਫਿਰ ਮਾਰਸ ਮੰਡਲ, ਫਿਰ ਇਹ ਪ੍ਰਿਥਵੀ, ਫਿਰ ਵੀਨਸ ਯਾਨੀ ਸ਼ੁਕਰ, ਫਿਰ ਮਰਕਰੀ ਯਾਨੀ ਬੁੱਧ ਨਿਕਲ ਕੇ ਅਲੱਗ-ਅਲੱਗ ਸੂਰਜ ਦੇ ਇਰਦ ਗਿਰਦ ਘੁੰਮ ਕੇਰੀਆਂ ਖਾਣ ਲੱਗੇ ਤੇ ਇਹਨਾਂ ਗ੍ਰਹਿਆਂ ਵਿੱਚੋਂ ਆਪਣੇ ਉਪਗ੍ਰਹਿ ਨਿਕਲੇ। ਇਉਂ ਸੂਰਜ ਮੰਡਲ ਬਣਿਆ। ਇਹ ਗੱਲਾਂ ਠੀਕ ਪਤਾ ਲੱਗੀਆਂ। ਹਰ ਕਿਸੇ ਨੂੰ ਪਤਾ ਲੱਗਿਆ ਕਿ ਦੋ ਹਵਾਵਾਂ ਦੇ ਮੇਲਣ ਨਾਲ ਅਸੀਂ ਆਪ ਜਲ ਬਣਾ ਸਕਦੇ ਹਾਂ। ਅਸਮਾਨਾਂ ਵਿੱਚ ਜਿਹੜੀ ਬਿਜਲੀ ਕੂੰ ਕਰਦੀ ਹੈ, ਅਸੀਂ ਆਪਣੇ ਕਮਰੇ ਅੰਦਰ ਰੱਖੇ ਮੇਜ਼ਾਂ ਉੱਪਰ ਨਟ ਵਾਂਗੂ ਨਚਾ ਸਕਦੇ ਹਾਂ। ਕੁਦਰਤੀ ਗੁਲਾਬ ਦੀ ਖੁਸ਼ਬੂ ਅਸੀਂ ਵੀ ਹਵਾਵਾਂ ਦੇ ਜੋੜ ਮੇਲ ਨਾਲ ਬਣਾ ਸਕਦੇ ਹਾਂ। ਕੁਦਰਤ ਨਾਲ ਸਾਂਝ ਪਾ ਕੇ ਅਸੀਂ ਜਿੱਥੇ ਇੱਕ ਸਿੱਟਾ ਉਗਦਾ ਹੈ, ਉੱਥੇ 4 ਸਿੱਟੇ ਉਗਾ ਸਕਦੇ ਹਾਂ। ਅਸੀਂ ਨਵੇਂ ਫਲ ਤੇ ਨਵੇਂ ਜਾਨਵਰ ਕੁਦਰਤੀ ਫਲਾਂ ਤੇ ਜਾਨਵਰਾਂ ਦੇ ਜੋੜ ਮੇਲ ਨਾਲ ਬਣਾ ਸਕਦੇ ਹਾਂ। ਮੁੱਕਦੀ ਗੱਲ ਇਹ ਹੈ ਕਿ ਇਹਨਾਂ 300 ਸਾਲਾਂ ਵਿੱਚ
ਇਹਨਾਂ ਤਿੰਨ ਮੂਲ ਪ੍ਰਸ਼ਨਾਂ ਦੇ ਅਨੇਕ ਪ੍ਰਸ਼ਨ ਬਣੇ। ਉਹਨਾਂ ਅਨੇਕਾਂ ਦੇ ਫਿਰ ਅਨੇਕ ਬਣੇ ਤੇ ਵੱਡਿਆਂ ਪ੍ਰਸ਼ਨਾਂ ਦੇ ਨਿੱਕੇ ਤੋਂ ਨਿੱਕਿਆਂ ਤੋਂ ਹੋਰ ਵੀ ਨਿੱਕੇ ਬਣਦੇ ਚਲੇ ਗਏ। ਗੱਲ ਕੀ ਪ੍ਰਸ਼ਨਾਂ ਦੀ ਸੈਨਾ ਇਉਂ ਵਧੀ ਕਿ ਅੱਜ ਕੱਲ੍ਹ ਦੇ ਜਗਤ ਦੀ ਸਾਰੀ ਬੁੱਧੀ ਦਾ ਫੈਲਾਅ ਦੇਖਣਾ ਇੱਕ ਆਦਮੀ ਦੀਆਂ ਅੱਖਾਂ ਵਾਸਤੇ ਕਦੀ ਹੋ ਹੀ ਨਹੀਂ ਸਕਦਾ। ਕੋਈ ਖੁਰਦਬੀਨ ਲੈ ਬੈਠਦਾ ਹੈ, ਕੋਈ ਦੂਰਬੀਨ, ਕੋਈ ਤਕੜੀ ਨਾਲ ਤੋਲਦਾ ਹੈ, ਕੋਈ ਪੁਰਾਣੇ ਜ਼ਮਾਨੇ ਦੇ ਦੱਬੇ ਪਏ ਜਾਨਵਰਾਂ ਤੇ ਮਨੁੱਖਾਂ ਦੇ ਪਿੰਜਰਿਆਂ ਉੱਪਰ ਪ੍ਰਸ਼ਨ ਉੱਤਰ ਕਰ ਰਿਹਾ ਹੈ। ਸਭ ਆਪਣੀ ਆਪਣੀ ਧੁਨ ਵਿੱਚ ਲੱਗੇ ਹਨ। ਅਸਲੀ ਸਾਇੰਸ ਦੇ ਜਾਣਨ ਵਾਲੇ ਆਪਣੇ ਆਪਣੇ ਵਿਸ਼ੇ ਵਿੱਚ ਮਾਨੋ ਪਾਗਲਾਂ ਵਾਂਗ ਇੱਕ ਮਨ ਇੱਕ ਚਿੱਤ ਹੋ ਜੁੜੇ ਹਨ। ਅੱਗੇ ਪਿੱਛੇ ਇੱਧਰ ਉੱਧਰ ਤੱਕਣ ਦੀ ਫੁਰਸਤ ਨਹੀਂ। ਪ੍ਰਸ਼ਨ ਉੱਤਰ ਦੀ ਦਿਮਾਗੀ ਦੁਨੀਆ ਵਿੱਚ ਦਾਖਲ ਹੋਣ ਦਾ ਨਾਮ ਵਿਦਿਆ ਹੈ। ਇਸ ਮੰਡਲ ਦੀਆਂ ਬੋਲੀਆਂ ਸਿੱਖਣ ਦਾ ਨਾਮ ਵਿਦਿਆ ਹੈ। ਉਹ ਵਿਦਿਆਮਾਨ ਹੈ ਜੋ ਇਸ ਜਗਤ ਬੁੱਧੀ ਦੇ ਮੰਡਲ ਵਿੱਚ ਦਾਖਲ ਹੋਇਆ। ਪਰ ਜੇ ਕੋਈ ਆਖੇ ਕਿ ਇੱਕ ਵਿਦਵਾਨ ਜਗਤ ਬੁੱਧੀ ਦੇ ਆਸਰੇ ਸਾਰੇ ਰੂਪਾਂ ਨੂੰ ਜਾਣੇ, ਇਹ ਹੋ ਨਹੀਂ ਸਕਦਾ। ਇਉਂ ਕਹਿਣਾ ਚਾਹੀਦਾ ਹੈ ਕਿ ਅਮਲੀ ਤੌਰ ਤੇ ਇੱਕ 60 ਬਰਸ ਜਾਂ ਇਸ ਤੋਂ ਵੀ ਅਧਿਕ ਆਯੂ ਵਾਲੇ ਮਨੁੱਖ ਵਾਸਤੇ ਜਗਤ ਬੁੱਧੀ ਅਨੰਤ ਹੋ ਚੁੱਕੀ ਹੈ। ਮੈਂ ਜਦ ਟੋਕੀਓ ਵਿੱਚ ਪੜ੍ਹਦਾ ਸਾਂ ਤਾਂ ਉੱਥੇ ਇੱਕ ਹੋਰ ਵਿਦਵਾਨ ਅਮਰੀਕਾ ਦਾ ਆਇਆ ਸੀ। ਉਹ ਜ਼ੂਆਲੋਜੀ ਅਰਥਾਤ ਜਾਨਵਰਾਂ ਦੀ ਵਿਦਿਆ ਦਾ ਸਾਰੇ ਸੰਸਾਰ ਵਿੱਚ ਇੱਕ ਸਿਰਾ ਮੰਨਿਆ ਜਾਂਦਾ ਸੀ। ਉਸੇ ਦੇ ਮੈਨੂੰ ਇਹ ਸ਼ਬਦ ਯਾਦ ਹਨ। ਮੈਨੂੰ ਲੋਕੀ ਜ਼ੂਆਲੋਜਿਸਟ ਕਹਿੰਦੇ ਹਨ, ਪਰ ਮੈਂ ਤਾਂ ਕੇਵਲ ਮੱਛੀ ਜਾਤੀ ਦਾ ਵਾਕਫ ਹਾਂ। ਮੱਛੀ ਵੀ ਸਾਰੀ ਆਖੋ ਤਾਂ ਮੈਂ ਨਹੀਂ ਜਾਣਦਾ। ਮੈਂ ਤਾਂ ਕੇਵਲ ਫਲਾਣੀ ਜਮਾਤ ਦੀ ਮੱਛੀ ਦਾ ਵਾਕਫ ਹਾਂ ਤੇ ਉਸ ਜਮਾਤ ਦੀਆਂ ਵੀ ਸਾਰੀਆਂ ਮੱਛੀਆਂ ਨੂੰ ਮੈਂ ਨਹੀਂ ਜਾਣਦਾ। ਕੇਵਲ ਉਸ ਜਮਾਤ ਵਿੱਚੋਂ ਇੱਕ ਖਾਸ ਕਿਸਮ ਦੀ ਮੱਛੀ ਮੇਰੇ ਸ਼ਹਿਰ ਦੇ ਕੋਲ ਰਹਿਣ ਵਾਲੀ ਨੂੰ ਮੈਂ ਜਾਣਦਾ ਹਾਂ। ਇਹ ਮਹਾਤਮਾ ਇੱਕ ਮੱਛੀ ਨੂੰ ਜਾਣਦਾ ਸੀ, ਬੜੀ ਗੱਲ ਹੈ। ਜੋ ਇੱਕ ਮੱਛੀ ਨੂੰ ਵੀ ਜਿਹੜਾ ਜਾਣੇ, ਮਨੁੱਖ ਦੀ ਸਾਰੀ ਉਮਰ ਦਾ ਕੰਮ ਹੈ। ਅੱਜ ਕੱਲ੍ਹ ਮੈਂ ਇਸੇ ਵਾਸਤੇ ਆਖਦਾ ਹਾਂ ਕਿ ਜਗਤ ਬੁੱਧੀ ਦੇ ਮੰਡਲ ਵਿੱਚ ਦਾਖਲ ਹੋਣ ਦਾ ਨਾਮ ਵਿਦਿਆ ਹੈ ਤੇ ਵਿਦਿਆ ਪਾ ਕੇ ਹੀ ਅਰਥਾਤ ਦਾਖਲ ਹੋ ਕੇ ਇਸ ਮੰਡਲ ਦੀ ਰੌਣਕ ਨੂੰ ਹੋਰ ਵਾਧਾ ਕਰਨ ਦਾ ਦੂਸਰਾ ਨਾਮ ਬੁੱਧੀ ਦਾ ਵਾਧਾ ਹੈ। ਵਿਸਥਾਰ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ? ਕੇਵਲ ਨਵੇਂ ਪ੍ਰਸ਼ਨਾਂ ਦਾ ਪੈਦਾ ਕਰਨਾ, ਅਰਥਾਤ ਨਵੇਂ ਸਿਰੇ ਉਹਨਾਂ ਨੂੰ ਜਨਮ ਦੇਣਾ ਤੇ ਫਿਰ ਉਹਨਾਂ ਨੂੰ ਉੱਤਰ ਰੂਪ ਕਰਕੇ ਉਗਾਉਣਾ, ਪਾਲਣਾ ਤੇ ਫਲ ਲਾਣਾ। ਫਲ ਲਾਣੇ ਕੁਦਰਤ ਦੇ ਰੰਗਾਂ ਦੀ ਨਕਲ ਕਰਨੀ। ਨਕਲ ਕੈਸੀ ਕਰਨੀ ਕਿ ਅਸਲ ਥੀ ਵੱਧ ਕਰਕੇ ਵਿਖਾਵੇ, ਕੁਦਰਤ ਨੂੰ ਪਿੱਛੇ ਛੋੜ ਜਾਣਾ। ਇਸ ਗੱਲ ਦਾ ਨਾਮ ਬੁੱਧੀ ਮੰਡਲ ਦਾ ਵਾਧਾ ਕਰਨਾ ਹੈ। ਇੱਥੇ ਹੀ ਬਸ ਨਹੀਂ, ਇਹੋ ਜਿਹੇ ਕਈ ਸੰਸਾਰ ਰਚ ਕੇ ਉਹਨਾਂ ਦੇ ਨਿਯਮਾਂ ਉੱਪਰ ਆਪਣੇ ਹੱਥੀਂ ਕੀਤੇ ਤਜਰਬਿਆਂ ਦੀਆਂ ਨੀਹਾਂ ਉੱਪਰ ਰੱਖੇ ਵਿਚਾਰ ਕਰਨੇ ਔਰ ਆਲਮਗੀਰ ਨਿਯਮਾਂ ਦਾ ਪ੍ਰਕਾਸ਼ ਕਰਨਾ। ਇਹ ਸਾਇੰਸ ਹੈ। ਇਹ ਜਗਤ ਬੁੱਧੀ ਦੇ ਮੰਡਲ ਦਾ ਵਾਧਾ ਹੈ। ਅਕਲ ਦੀ ਬੁੱਧੀ ਦਾ ਨਿਯਮ ਹੈ ਕਿ ਉਹ ਗੱਲ ਨਾ ਮੰਨਣੀ ਜਿਹੜੀ ਹੱਥੀਂ ਕਰਕੇ ਆਪ ਨਾ ਤੱਕ ਲਈ ਜਾਵੇ। ਦੋ ਹਵਾਵਾਂ ਨਾਲ ਪਾਣੀ ਬਣਦਾ ਹੈ। ਇਹ ਗਲਤੀ ਤਦ ਪ੍ਰਵਾਨ ਹੋਈ ਜਦ ਆਪਣੀ ਹੱਥੀਂ ਜਲ ਬਣਾ ਕੇ ਛਕ ਲਿਆ। ਵਿਸ਼ੇਸ਼ਕ ਵਿੱਚ ਇੱਕ ਜਗ੍ਹਾ ਬਹਿਸ ਆਈ ਹੈ ਕਿ ਹਵਾ ਵਿੱਚ ਕੋਈ ਵਜ਼ਨ ਯਾਨੀ ਤੋਲ ਨਹੀਂ ਤੇ ਪ੍ਰਸ਼ਨ ਕੀਤਾ ਹੋਇਆ ਹੈ ਕਿ ਭਾਈ ਤੋਲ ਕੇ ਤੱਕੋ। ਤੋਲ ਕੇ ਤੱਕਿਆ, ਕੋਈ ਵਜ਼ਨ ਨਾ ਨਿਕਲਿਆ। ਤਦ ਗ੍ਰੰਥਕਰਤਾ ਨੇ ਲਿਖ ਦਿੱਤਾ ਕਿ ਕੋਈ ਵਜ਼ਨ ਨਹੀਂ, ਪਰ ਤਕੜੀ ਜੋ ਆਪ ਜੀ ਦੇ ਕੋਲ ਸੀ ਉਹਨੇ ਕਮੀ ਸੀ। ਹਵਾ ਦਾ ਵਜ਼ਨ ਤਾਂ ਅੱਜ ਕੱਲ੍ਹ ਅੱਛੀ ਤਰ੍ਹਾਂ ਤੋਲਿਆ ਜਾ ਸਕਦਾ ਹੈ। ਮੈਂ ਵਿਸ਼ੇਸ਼ਕ ਵਿੱਚ ਇਹ ਪੜ੍ਹ ਕਰ ਖੁਸ਼ ਹੋਇਆ ਸੀ ਕਿ ਉਸ ਬੁੱਢੇ ਪੁਰਾਣੇ ਜ਼ਮਾਨੇ ਵਿੱਚ ਵੀ ਇੱਕ ਰਿਖੀ ਦੀ ਬੁੱਧੀ ਇੰਨੀ ਸੀ ਜੋ ਤੋਲਣ ਤੱਕ ਪਹੁੰਚੀ। ਪਰ ਨਹੀਂ, ਇਹੋ ਜਿਹੀਆਂ ਭੁੱਲਾਂ ਅੱਜ ਕੱਲ੍ਹ ਤਜਰਬੇ ਵਿੱਚ ਨਹੀਂ ਰਹਿਣ ਦਿੱਤੀਆਂ ਜਾਂਦੀਆਂ। ਮਤੇ ਗਲਤੀ ਨਾ ਹੋਵੇ, ਮਤੇ ਤਰਾਜੂ ਮੋਟਾ ਹੋਵੇ, ਮਤੇ ਸਾਡੇ ਤੋਲਣ ਵਿੱਚ ਫਰਕ ਹੋਵੇ। ਅਜੇ ਹਜ਼ਾਰਾਂ ਪ੍ਰਸ਼ਨ ਕੀਤੇ ਜਾਂਦੇ ਹਨ ਔਰ ਕਈ ਤਰ੍ਹਾਂ ਦੇ ਸਬੂਤ ਦੇਣੇ ਪੈਂਦੇ ਹਨ। ਤਜਰਬੇ ਵੀ ਖੂਬ ਠੋਕ ਵਜਾ ਕੇ ਕੀਤੇ ਜਾਂਦੇ ਹਨ। ਫਿਲਾਸਫੀ ਦੀਆਂ ਗੱਲਾਂ ਵੀ ਉੱਥੇ ਤੱਕ ਮੰਨੀਆਂ ਜਾਂਦੀਆਂ ਹਨ ਜਿੱਥੇ ਤੱਕ ਉਹ ਜਗਤ ਬੁੱਧੀ ਦੇ ਤਜਰਬੇ ਨਾਲ ਠੀਕ ਟੱਕਰ ਖਾਂਦੀਆਂ। ਬਾਕੀ ਬੜੇ ਵਿਚਾਰ ਤਾਂ ਅੱਜ ਕੱਲ੍ਹ ਦੇ ਮੁਖੀ ਵਿਦਵਾਨ ਐਵੇਂ ਮਨੋਰਾਜ ਹੀ ਮੰਨਦੇ ਹਨ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਮਨੋਰਾਜ ਰਚਦਾ ਹੈ,
पर ਪ੍ਰਵਾਨਗੀ ਦਾ ਖਿਤਾਬ ਐਸੀਆਂ ਸ਼ਖਸੀ ਰਾਵਾਂ ਨੂੰ ਨਹੀਂ ਮਿਲ ਸਕਦਾ। ਮੋਟੇ ਸ਼ਬਦਾਂ ਵਿੱਚ ਤੇ ਬੜੇ ਹੀ ਸੰਖੇਪ ਨਾਲ ਅੱਜ ਕੱਲ੍ਹ ਦੇ ਜ਼ਮਾਨੇ ਦੀ ਚਾਲ ਤਾਂ ਇਸ ਦਸ਼ਾ ਨੂੰ ਹੈ ਜੋ ਪਿੱਛੇ ਰਿਹਾ ਸੋ ਰਿਹਾ, ਉਸ ਨੂੰ ਖਾਣ ਨੂੰ, ਪੀਣ ਨੂੰ, ਪਹਿਨਣ ਨੂੰ ਨਹੀਂ ਲੱਭੇਗਾ। ਜਿਸ ਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਉਹ ਭਾਵੇਂ ਅਲੱਗ ਰੁੱਸ ਕੇ ਬੈਠ ਜਾਵੇ, ਪਰ ਜੇ ਇੱਕ ਅੱਧ ਆਦਮੀ ਉਹ ਕਰ ਵੀ ਲਵੇ ਤਦ ਵੀ ਇਹ ਰੁੱਸਣਾ ਜਥੇਬੰਦੀ ਵਿੱਚ ਹੋਣਾ ਕਠਿਨ ਹੈ। ਇਸ ਵਾਸਤੇ ਜਿਸ ਜਾਤੀ ਨੂੰ ਜਾਤੀ ਰੂਪ ਹੋਣ ਕਰਕੇ ਇਹਨਾਂ ਗੱਲਾਂ ਦੀ ਅਰਥਾਤ ਜਾਤੀ ਦੇ ਸਰੀਰਕ ਨਿਰਬਾਹ ਦੀ ਲੋੜ ਹੋਵੇ ਤਾਂ ਉਸ ਜਾਤੀ ਨੂੰ ਜਗਤ ਬੁੱਧੀ ਦੇ ਮੰਡਲ ਵਿੱਚ ਦਾਖਲਾ ਜ਼ਰੂਰੀ ਹੈ। ਕੇਵਲ ਦਾਖਲਾ ਹੀ ਨਹੀਂ, ਉੱਥੇ ਅੰਦਰ ਜੋ ਅਠਪਹਿਰੀ ਘੋੜ ਦੌੜ ਹੋ ਰਹੀ ਹੈ ਉਸ ਵਿੱਚ ਹਿੱਸਾ ਲੈਣਾ ਹੈ ਔਰ ਆਗੂਆਂ ਦੇ ਨਾਲ ਨਾਲ ਰਹਿਣਾ ਹੈ। ਜੋ ਇਹ ਨਹੀਂ ਕਰਨਗੇ ਉਹ ਸੁੱਖ ਨਾਲ ਆਪਣੇ ਚੰਗੇ ਸਰੀਰਕ ਗੁਜ਼ਾਰੇ ਦੀ ਆਸ਼ਾ ਨਾ ਰੱਖਣ। ਇਸ ਵਾਸਤੇ ਹੰਭਲਾ ਕਰਨਾ ਚਾਹੀਏ ਕਿ ਸਤਿਗੁਰੂ ਦੀਆਂ ਫੌਜਾਂ, ਉਹ ਸਤਿਗੁਰੂ ਜਿਨ੍ਹਾਂ ਦੇ ਅਵਤਾਰ ਧਾਰਨ ਕਰਕੇ ਸਾਰੇ ਸੰਸਾਰ ਵਿੱਚ ਉੱਚੇ ਦਰਜੇ ਦੇ ਲੋਕ, ਸਾਇੰਸ ਦੇ ਰਿਸ਼ੀ ਪੱਛਮੀ ਦੇਸ਼ਾਂ ਵਿੱਚ ਪੈਦਾ ਹੋਏ, ਸਤਿਗੁਰੂ ਦੇ ਨਾਲ ਨਾਲ ਤੇ ਅਰਦਲ ਵਿੱਚ ਆਏ ਤੇ ਆ ਕਰਕੇ ਅਜਿਹੀ ਪਰੰਪਰਾ ਬਣ ਗਏ ਕਿ ਸਾਰੇ ਸੰਸਾਰ ਵਿੱਚ ਇੱਕ ਨਵੀਂ ਪਰੰਪਰਾ ਖਿੜ ਗਈ। ਉਹ ਵਿਦਿਆ, ਸਾਇੰਸ ਦੀ ਵਿਦਿਆ ਜਿਸ ਦਾ ਪ੍ਰਕਾਸ਼ ਸਤਿਗੁਰਾਂ ਦੇ ਮਾਤਲੋਕ ਪਰ ਚਰਨ ਪਾਉਣ ਨਾਲ ਹੋਇਆ, ਉਹ ਸਾਨੂੰ ਅਤ ਪਿਆਰੀ ਹੋਣੀ ਚਾਹੀਏ। ਜਗਤ ਬੁੱਧੀ ਦੇ ਮੰਡਲ ਵਿੱਚ ਦਾਖਲ ਹੋ ਕੇ ਸੰਸਾਰੀ ਘੋੜ ਦੌੜ ਵਿੱਚ ਹਿੱਸਾ ਲੈਣ ਵੜਨ ਦੀ ਦੇਰ ਹੈ। ਖਾਲਸਾ ਜੀ ਦੇ ਇਰਾਕੀ ਤਾਂ ਖੂਬ ਅਠਪਹਿਰੀ ਪਲਾਕੀਆਂ ਮਾਰਨਗੇ। ਇਸ ਵਾਸਤੇ ਖਾਲਸਾ ਜੀ ਇਹ ਸਕੂਲ ਮਾਮੂਲੀ ਨਾ ਸਮਝੋ, ਇਹ ਚੰਦੇ ਮਾਮੂਲੀ ਨਾ ਸਮਝੋ, ਇਹ ਇਕੱਠ ਸਾਧਾਰਨ ਨਾ ਸਮਝੋ। ਇਹ ਦਿਲ ਤੋੜ ਨਹੀਂ, ਦਿਲ ਜੋੜ ਕੇ ਕਰਨ ਵਾਲੇ ਕੰਮ ਹਨ। ਇਹ ਚੰਦੇ ਸੰਸਾਰੀ ਘੋੜ ਦੌੜ ਵਿੱਚ ਦਾਖਲ ਹੋ ਤਮਾਸ਼ਾ ਦੇਖਣ ਦੀ ਫੀਸ ਹੈ। ਇਹ ਤਾਂ ਸੰਸਾਰ ਸੰਗਰਾਮ ਵਿੱਚ ਉਤਰਨਾ ਹੈ। ਖਾਲਸਾ ਜੀ ਗੱਜ ਗੱਜ ਕੇ ਉਤਰੋ। ਹਾਂ ਮਿੱਤਰੋ, ਗੱਫੇ ਢੇਰੀ ਕਰੋ ਤੇ ਇਹ ਵਰੇ ਦੀ ਫੇਰੀ ਸਫਲ ਕਰੋ। ਖਾਲਸਾ ਜੀ ਤੁਸਾਂ ਬੋਲੀਆਂ ਸਿੱਖ ਕੇ ਵਿਦਿਆ ਬੰਦ ਨਹੀਂ ਕਰ ਦੇਣੀ। ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿੱਚ ਬੋਲੀਆਂ ਪੜ੍ਹਾਉਂਦੇ ਹਨ। ਤੁਸਾਂ ਇਹ ਬੋਲੀਆਂ ਪੜ੍ਹ ਕੇ ਜਗਤ ਬੁੱਧੀ ਦੇ ਮੰਡਲ ਵਿੱਚ ਉਤਰਨਾ ਹੈ। ਕਮਰ ਕੱਸੇ ਕਰੋ, ਵਕਤ ਥੋੜਾ ਹੈ। ਦੇਖੋ ਸਿੱਖ ਜ਼ਮੀਂਦਾਰਾਂ ਦਾ ਕੀ ਹਾਲ ਹੈ। ਸੁਖਦਾਈ ਲੱਸੀ ਛੋੜ ਚੜੀ ਚਾਹ ਤੇ ਚਲੇ ਗਏ। ਜਲ ਨਿਰਮਲ ਨਿਰੋਲ ਛੋੜ ਸੜੀਆਂ ਸ਼ਰਾਬਾਂ ਦੀ ਸ਼ਰਨ ਪਏ। ਜਦ ਸ਼ਰਾਬਾਂ ਨੇ ਫੇਫੜੇ ਜਿਗਰ ਖਾ ਸੁੱਟੇ, ਜਾਨਾਂ ਸਾੜ ਸੁੱਟੀਆਂ, ਤਦ ਹਾਲ ਕੌਣ ਵਾਊ। ਹਲਵਾਣਿਆਂ ਦਾ ਕੰਮ ਅੱਜ ਕੱਲ੍ਹ ਬਿਨਾਂ ਜਗਤ ਬੁੱਧੀ ਦੀ ਸਹਾਇਤਾ ਦੇ ਕਠਨ ਆਣ ਹੋਇਆ ਹੈ। ਸਾਡੇ ਜੱਟ ਜਿੱਥੇ ਇੱਕ ਸਿੱਟਾ ਲਾਉਂਦੇ ਹਨ, ਉੱਥੇ ਅਮਰੀਕਾ ਦੇ ਜ਼ਮੀਂਦਾਰ 4 ਤੇ 8 ਵੀ ਲਾਉਂਦੇ ਹਨ। ਉਹਨਾਂ ਦੇ ਵੈਂਗਣ ਵੱਡੇ, ਉਹਨਾਂ ਦੇ ਸਿਓ ਵੱਡੇ, ਉਹਨਾਂ ਦੇ ਬਦਾਮ ਵੱਡੇ ਤੇ ਮਿੱਠੇ ਤੇ ਕਾਗਜ਼ੀ। ਉਹਨਾਂ ਦੀ ਕਣਕ ਅੱਛੀ, ਉਹਨਾਂ ਦੀ ਕਪਾਹ ਅੱਛੀ, ਮੱਕੀ ਦੀ ਛੱਲੀ ਅੱਛੀ, ਵੱਡੀ ਮੋਟੇ ਦਾਣੇ ਵਾਲੀ। ਇਹ ਨਹੀਂ ਮੈਂ ਆਖਦਾ ਕਿ ਉਹਨਾਂ ਦੇ ਜ਼ਮੀਂਦਾਰ ਸਾਰੇ ਪੜ੍ਹੇ ਹੋਏ ਹਨ, ਨਹੀਂ, ਪਰ ਉਹ ਸਾਰੇ ਜਗਤ ਬੁੱਧੀ ਦੀ ਬੋਲੀ ਸਮਝਦੇ ਹਨ ਔਰ ਉਸ ਬੋਲੀ ਵਿੱਚ ਅਮਰੀਕਾ ਦੇ ਵਿਦਵਾਨ ਉਹਨਾਂ ਨੂੰ ਰਮਤੇ ਬਣ ਕੇ ਉਪਦੇਸ਼ ਕਰਦੇ ਹਨ ਔਰ ਉਹ ਉਪਦੇਸ਼ ਮੰਨਦੇ ਹਨ। ਖਾਲਸਾ ਜੀ ਕੰਮ ਬਹੁਤ ਪਿਆ ਹੋਇਆ ਹੈ, ਕਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਹੁਣ ਤਿਆਰ ਹੋ ਕੇ ਆਪਣੀ ਜਾਤੀ ਨੂੰ ਬਲਵਾਨ, ਯਸ਼ਵਾਨ, ਧਨਵਾਨ, ਕਲਾਵਾਨ ਤੇ ਵਿਦਵਾਨ ਕਰੋ। ਮੈਂ ਤੁਸਾਂ ਦੇ ਦਰਵਾਜ਼ੇ ਆ ਕੇ ਖਲੋ ਕੇ ਤੁਸਾਂ ਦੀਆਂ ਚਾਲੂ ਗੱਲਾਂ ਵਿੱਚ ਤਾਂ ਹਿੱਸਾ ਲਿਆ, ਪਰ ਮੇਰੀ ਵਰੇ ਫੇਰੀ ਹਾਲਾਂ ਬਾਕੀ ਹੈ, ਸਾਰੀ ਦੀ ਸਾਰੀ ਬਾਕੀ ਹੈ। ਖਾਲਸਾ ਸਤਿਗੁਰੂ ਜੀ ਦਾ ਹੈ। ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੇਖਣਾ ਇਹ ਨਾ ਹੋਵੇ ਕਿ ਜਗਤ ਬੁੱਧੀ ਵਿੱਚ ਦਾਖਲ ਹੋਣ ਵੇਲੇ ਅਸੀਂ ਆਪਣੇ ਪਿਆਰੇ ਪ੍ਰੀਤਮ ਜੀ ਨੂੰ ਭੁੱਲ ਜਾਂਦੇ ਹੋਈਏ। ਖਾਲਸਾ ਜੀ ਵਿਦਿਆ ਜਗਤ ਬੁੱਧੀ ਵਿੱਚ ਦਾਖਲ ਹੋਣੇ ਦਾ ਨਾਮ ਹੈ, ਚੰਗਾ ਹੈ, ਭਲਾ ਹੈ, ਜ਼ਰੂਰੀ ਹੈ। ਪਰ ਉੱਥੇ ਤਾਂ ਅਸਾਂ ਕੇਵਲ ਫਤਿਹ ਗਜਾਵਣ ਜਾਣਾ ਹੈ। ਵਿਦਿਆ ਸਾਡੀਆਂ ਹੱਡੀਆਂ ਤਾਂ ਨਹੀਂ ਬਣਾ ਸਕਦੀ। ਵਿਦਿਆ ਸਾਡਾ ਲਹੂ ਤਾਂ ਲਾਲ ਨਹੀਂ ਕਰ ਸਕਦੀ। ਵਿਦਿਆ ਸਾਡੇ ਅੰਦਰ ਪ੍ਰੀਤ ਅਗਨੀ ਤਾਂ ਨਹੀਂ ਭੜਕਾ ਸਕਦੀ। ਵਿਦਿਆ ਅਨਾਥਾਂ ਦਾ ਨਾਥ ਤਾਂ ਨਹੀਂ ਬਣਾ ਸਕਦੀ। ਵਿਦਿਆ ਸਾਨੂੰ ਸੁਹਾਗ ਦਾ ਟੀਕਾ ਤਾਂ ਨਹੀਂ ਲਗਾ ਸਕਦੀ। ਵਿਦਿਆ ਸਾਨੂੰ ਖੁਸ਼ੀ, ਆਨੰਦ, ਅਸੀਸ ਤਾਂ ਨਹੀਂ ਦੇ ਸਕਦੀ।
ਵਿਦਿਆ ਸਾਨੂੰ ਲਾਭ ਤਾਂ ਨਹੀਂ ਦੇ ਸਕਦੀ, ਸਾਨੂੰ ਪੈਦਾ ਕਰਨ ਵਾਲਾ, ਸਾਨੂੰ ਨਾਮ ਦੇਣ ਵਾਲਾ, ਸਾਨੂੰ ਆਪਣਾ ਆਖਣ ਵਾਲਾ, ਸਾਨੂੰ ਗਲੇ ਲਾਉਣ ਵਾਲਾ, ਸਾਨੂੰ ਅਨਾਥਾਂ ਨੂੰ ਆਪਣਾ ਪੁੱਤਰ ਬਣਾਉਣ ਵਾਲਾ ਤੇ ਪੁੱਤਰ ਬਣਾ ਕੇ ਸਾਡੇ ਉੱਪਰੋਂ ਆਪਣੇ ਬੱਚੇ ਵਾਰਨ ਵਾਲਾ, ਤੇ ਪੁੱਤਰ ਬਣਾ ਕੇ ਸਾਡੇ ਉੱਪਰੋਂ ਆਪਣੇ ਬੱਚੇ ਵਾਰਨ ਵਾਲਾ, ਉਹ ਸਾਨੂੰ ਨਿਵਾਜਣ ਵਾਲਾ, ਉਹ ਸਾਨੂੰ ਨੀਚਾਂ ਨੂੰ ਉੱਚਾ ਕਰਨ ਵਾਲਾ, ਉਹ ਸਾਨੂੰ ਸਾਡੇ ਜਿਹਾਂ ਨੂੰ ਲਾਡ ਕਰਨ ਵਾਲਾ, ਉਹ ਸਾਨੂੰ ਆਪਣੀ ਯਾਦ ਬਖਸ਼ਣ ਵਾਲਾ, ਉਹ ਅਸਾਂ ਉੱਪਰ ਮਿਹਰ ਕਰਨ ਵਾਲਾ, ਉਹ ਸਾਨੂੰ ਅਸਾਂ ਜਿਹਾਂ ਨੂੰ ਖਾਲਸਾ ਸਜਾਉਣ ਵਾਲਾ, ਗੁਰੂ ਕਲਗੀਆਂ ਵਾਲਾ ਗੋਬਿੰਦ ਸਿੰਘ ਨਾਨਕ ਗੁਰੂ ਕਿਤੇ ਜਗਤ ਬੁੱਧੀ ਦੇ ਮੰਡਲ ਵਿੱਚ ਪ੍ਰਵੇਸ਼ ਕਰਕੇ ਭੁੱਲ ਨਾ ਜਾਵੇ। ਹਾਂਜੀ, ਫਿਰ ਦੁਹਰਾ ਦਈਏ, ਗੁਰੂ ਕਲਗੀਆਂ ਵਾਲਾ ਗੋਬਿੰਦ ਸਿੰਘ ਨਾਨਕ ਗੁਰੂ ਕਿਤੇ ਜਗਤ ਬੁੱਧੀ ਦੇ ਮੰਡਲ ਵਿੱਚ ਪ੍ਰਵੇਸ਼ ਕਰਕੇ ਭੁੱਲ ਨਾ ਜਾਵੇ। ਉਹ ਸਾਡਾ ਰੱਬ ਸਤਿਗੁਰੂ ਨਾਨਕ, ਉਹ ਸਾਡਾ ਪਤੀ ਸਤਿਗੁਰੂ ਨਾਨਕ, ਉਹ ਸਾਡਾ ਦੋ ਜਹਾਨਾਂ ਦੀ ਵਾਲੀ ਸਤਿਗੁਰੂ ਨਾਨਕ, ਉਹ ਸਾਡਾ ਭਾਗ, ਸਾਡਾ ਜੀਵਨ, ਸਾਡਾ ਸਵਾਸ ਸਤਿਗੁਰੂ ਨਾਨਕ, ਉਹ ਸਾਡਾ ਸਭ ਕੁਝ ਭੁੱਲ ਨਾ ਜਾਵੇ। ਫਿਰ ਦੁਹਰਾ ਦਈਏ, ਉਹ ਸਾਡਾ ਰੱਬ ਸਤਿਗੁਰੂ ਨਾਨਕ, ਉਹ ਸਾਡਾ ਪਤੀ ਸਤਿਗੁਰੂ ਨਾਨਕ, ਉਹ ਸਾਡਾ ਦੋ ਜਹਾਨਾਂ ਦਾ ਵਾਲੀ ਸਤਿਗੁਰੂ ਨਾਨਕ, ਉਹ ਸਾਡਾ ਭਾਗ, ਸਾਡਾ ਜੀਵਨ, ਸਾਡਾ ਸਵਾਸ ਸਤਿਗੁਰੂ ਨਾਨਕ, ਉਹ ਸਾਡਾ ਸਭ ਕੁਝ ਭੁੱਲ ਨਾ ਜਾਵੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।